सतनाम श्री वाहिगुरु साहिब जीओ। तुद आगे अरदास हमारी, जियो पिंड सब तेरा। कहो नानक सब तेरी वड्याई, कोई नाउ ना जाने मेरा। सुख दाता पै पंजनो, तिस आगे कर अरदास। मेहर करे जिस मेहरवान, ता कारज आवे रास। मेहर करे जिस मेहरवान, ता कारज आवे रास। जुगो जुग टल चवर छत्र तख दे मालक। दसां पातशाहियां दी जोत, हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बैण दी कृपालता करिए। समय और सवासां नूं सफला करिए, सतगुरां दीयां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती, ओ विचार इथों तक सी के जिस वेले सतगुरु गुरु गोबिंद सिंह महाराज दसम पातशाह कलगीधर गुरु साहिब जी इधर श्री नंदेड़ साहिब गोदावरी नदी ते सतगुरु जी विराजमान है नगीना घाट विखे। अज इत्थे सतगुरु गुरु गोबिंद सिंह महाराज दे कोल एक सतगुरु दे सन्मुख सिख आया। एक दिन सतगुरु जी गोदावरी नदी दे किनारे विराजमान सन। उस समय उथे मनुखां दी बहुत भीड़ लगी हुई है, सतगुरु दे दर्शनां दी दारे प्राप्त करदे ने। कोई आउंदा कोई जांदा, कोई किवें करके सतगुरु दे सन्मुख इदां विराजमान होए ने। उस समय चलदे चलदे इदां एक सख सतगुरु दे सन्मुख आया। उसने एक प्यार वजों सतगुरु दे सन्मुख नगीना भेंट कीता, वंदना की। गुरु जी ने उस सिख तो नगीना प्राप्त किया ते नगीने नूं अपने हाथ विच प्राप्त करके गोदावरी नदी दे विच सुट दिता। ते फिर सतगुरु जी ने उस नूं गोदावरी नदी विच जदों सुट्टिया ना, वो सिख बहुत हैरान होया ते चित विच सोचण लगा, विचार कर लगा। गुरु जी ने इस हीरे दी कीमत नूं सार नूं जाणिया नहीं, माड़ा जान के उस हीरे नूं गोदावरी दे विच सुट दिता। हुण मेरा कुछ भी कहना नहीं बनदा। जद सतगुरु जी ने उस नूं चित विच पछताव करदे वेख्या, क्योंकि जानी जान दातार सतगुरु जी
ਗੁਰੂ ਜੀ ਤੋਂ ਕੁਝ ਲੁਕਿਆ ਛੁਪਿਆ ਕਿਵੇਂ ਰਹਿ ਸਕਦਾ ਭਾਵ ਨਹੀਂ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਏਦਾਂ ਵਿਚਾਰ ਕੀਤੀ। ਕਿਰਪਾ ਨਿਧਾਨ ਸਤਿਗੁਰੂ ਜੀ ਨੇ ਉਸ ਨੂੰ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਬਚਨ ਉਚਾਰਨ ਕੇ ਆਖਿਆ। ਸਤਿਗੁਰੂ ਜੀ ਕਹਿੰਦੇ, ਜੇ ਤੇਰਾ ਨਗੀਨਾ ਬਹੁਤ ਕੀਮਤੀ ਸੀ ਤਾਂ ਤੇਰੇ ਨੇੜੇ ਹੀ ਵੇਖ ਕੇ ਕੱਢ ਦਿੰਨੇ ਆ, ਕਢਵਾ ਦਿੰਨੇ ਆ। ਦੱਸੋ ਤੁਸੀਂ, ਤੇਰਾ ਹੀਰਾ ਕਿੰਨਾ ਕੁ ਕੀਮਤੀ ਸੀ? ਨੇੜੇ ਹੀ ਵੇਖ ਕੇ ਇਸ ਹੀਰੇ ਨੂੰ ਜਾਂ ਫਿਰ ਤੁਸੀਂ ਕੱਢ ਲਵੋ ਇਸ ਨਦੀ ਦੇ ਵਿੱਚੋਂ। ਤੁਹਾਡਾ ਨਗੀਨਾ ਬਹੁਤ ਉੱਤਮ ਸੀ, ਇਹ ਅਸੀਂ ਨਹੀਂ ਜਾਣਿਆ। ਤੂੰ ਇਸ ਬਾਰੇ ਦੱਸਿਆ ਨਹੀਂ ਕਿ ਬਹੁਤ ਕੀਮਤੀ ਹੈ, ਸਾਨੂੰ ਦੱਸ ਦਿੰਦੇ ਪਹਿਲਾਂ। ਇਹ ਸੁਣ ਕੇ ਸਿੱਖ ਨੇ ਬੜੀ ਕਾਲੀ ਕਾਲੀ ਦੇ ਨਾਲ ਕੱਪੜੇ ਉਤਾਰੇ। ਕੱਪੜੇ ਉਤਾਰ ਕੇ ਸਤਿਗੁਰ ਦੇ ਹੁਕਮ ਨੂੰ ਪ੍ਰਾਪਤ ਕੀਤਾ। ਕਹਿੰਦੇ, ਜਾਓ ਜਾ ਕੇ ਗੋਦਾਵਰੀ ਨਦੀ ਵਿੱਚੋਂ ਨਜ਼ਦੀਕ ਹੀ ਹੀਰਾ ਕੱਢ ਲਿਆਵੋ। ਉਹ ਕੱਪੜੇ ਉਤਾਰ ਕੇ ਗੋਦਾਵਰੀ ਨਦੀ ਦੇ ਵਿੱਚ ਵੜ ਗਿਆ। ਜਲ ਦੇ ਅੰਦਰ ਪ੍ਰਵੇਸ਼ ਕੀਤਾ। ਜਾ ਕੇ ਜਦ ਉਸਨੇ ਦ੍ਰਿਸ਼ਟੀ ਲਾ ਕੇ ਵੇਖਿਆ, ਗੋਤਾ ਲਾ ਕੇ ਦੇਖਿਆ, ਕੀ ਵੇਖਦਾ? ਉਥੇ ਗੋਦਾਵਰੀ ਨਦੀ ਹੀਰਿਆਂ ਦੇ ਨਾਲ, ਨਗੀਨਿਆਂ ਦੇ ਨਾਲ ਭਰੀ ਵਗ ਰਹੀ ਹੈ। ਥੱਲੇ ਉਸ ਦੇ ਪਾਣੀ ਦੇ ਹੀਰੇ ਹੀ ਹੀਰੇ, ਬੇਸ਼ੁਮਾਰ ਕੀਮਤੀ, ਉਦੋਂ ਵੀ ਵੱਡੇ ਮੁੱਲ ਦੇ ਹੀਰੇ ਪਏ ਨੇ। ਇਹ ਸਭ ਕੁਝ ਗੁਰਸਿੱਖ ਨੇ ਦੇਖਿਆ ਤੇ ਕਹਿੰਦੇ ਉਥੇ ਬਹੁਤ ਹੀਰਿਆਂ ਦੇ ਇਦਾਂ ਗੋਦਾਵਰੀ ਨਦੀ ਦੇ ਵਿੱਚ ਕਹਿੰਦੇ ਪ੍ਰਵਾਹ ਚੱਲ ਰਹੇ ਨੇ। ਸਤਿਗੁਰ ਦੀ ਮਾਇਆ ਵੇਖ ਕੇ ਉਹ ਬਹੁਤ ਹੈਰਾਨ ਹੋਇਆ। ਕਹਿੰਦੇ, ਮੈਂ ਕਿੱਥੇ ਕੀਮਤੀ ਹੀਰੇ ਦਾ ਘਮੰਡ ਕਰਦਾ ਸੀ, ਪਰ ਸਤਿਗੁਰੂ ਜੀ ਦੇ ਦਰ ਘਰ ਦੇ ਵਿੱਚ ਤੇ ਇੱਥੇ ਸੈਂਕੜੇ ਹੀਰੇ ਜਵਾਹਰ ਕਹਿੰਦੇ ਚਮਕ ਰਹੇ ਨੇ। ਸਾਰੇ ਉੱਥੇ ਛੱਡ ਕੇ ਛੇਤੀ ਛੇਤੀ ਦੇਣੇ ਉਸ ਨਦੀ ਦੇ ਵਿੱਚੋਂ ਬਾਹਰ ਨਿਕਲ ਆਇਆ। ਆ ਕੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ। ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ। ਸਿੱਖ ਫਿਰ ਕਹਿਣ ਲੱਗਾ, ਸਤਿਗੁਰੂ ਜੀ, ਮੈਂ ਮੂਰਖ ਸਾਂ। ਮੇਰੀ ਮੱਤ ਹੈ ਨਾ ਜਿਹੜੀ ਥੋੜੀ ਸੀ, ਆਪ ਜੀ ਦੀ ਸੇਵਾ ਥੋੜੀ ਮੱਤ ਹੋਣ ਕਾਰਨ ਕਰਕੇ ਆਪ ਜੀ ਦੀ ਸੇਵਾ ਨੂੰ ਗਵਾ ਬੈਠਾ। ਮੱਤ ਥੋੜੀ ਸੇਵ ਗਵਾਈ ਹੈ। ਮੈਂ ਮੂਰਖ ਨੇ ਤੁਹਾਡੀ ਮਹਿਮਾ ਨੂੰ ਜਾਣਿਆ ਨਹੀਂ। ਆਪ ਸਤਿਗੁਰ ਜੀ ਤਿੰਨ ਲੋਕਾਂ ਦੇ ਮਾਲਕੋਂ, ਮੇਰੀ ਭੁੱਲ ਚੁੱਕ ਬਖਸ਼ ਦਿਓ। ਸਤਿਗੁਰੂ ਜੀ ਤੁਸੀਂ ਬਖਸ਼ਣਹਾਰ ਹੋ। ਹੁਣ ਇਹ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਹੱਸ ਕੇ ਮੁਸਕਰਾ ਕੇ ਕਿਹਾ। ਸਤਿਗੁਰੂ ਜੀ ਕਹਿੰਦੇ, ਉਹ ਭਾਈ ਗੁਰਸਿੱਖਾ, ਨਿਸ਼ਚਾ ਧਾਰ ਕੇ ਹਰ ਹਰ ਦਾ ਸਿਮਰਨ ਕਰੋ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹੋ। ਸਮੇਂ ਤੋਂ ਇਸ ਘਾਟ ਦਾ ਨਾਮ ਕਹਿੰਦੇ ਨਗੀਨਾ ਘਾਟ ਪੈ ਗਿਆ। ਇਸ ਅਸਥਾਨ ਤੇ ਸਤਿਗੁਰ ਨੇ ਕੌਤਕ ਰਚਾਉਣਾ ਕੀਤਾ। ਇੱਥੇ ਪੜਾਓ ਕੀਤਾ। ਕਾਫੀ ਸੰਗਤ ਇੱਥੇ ਸਤਿਗੁਰ ਦੇ ਸਨਮੁਖ ਆਉਂਦੀ ਜਾਂਦੀ, ਦਰਸ਼ਨਾਂ ਦੀਦਾਰੇ ਪ੍ਰਾਪਤ ਕਰਦੀ ਸੀ। ਇੱਥੇ ਸਤਿਗੁਰ ਨੇ ਗੁਰਸਿੱਖ ਦੇ ਮਨ ਨੂੰ, ਭਰਮ ਨੂੰ, ਭੁਲੇਖੇ ਨੂੰ ਦੂਰ ਕੀਤਾ। ਤੇ ਜਦੋਂ ਉੱਥੋਂ ਦੀ ਸੰਗਤ ਨੇ ਸੁਣਿਆ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਦੀ ਬਖਸ਼ਿਸ਼ ਰਹਿਮਤ ਵਰਤਾਈ, ਇਦਾਂ ਦਾ ਅਨੋਖਾ ਕੌਤਕ ਰਚ ਦਿੱਤਾ, ਉਥੋਂ ਦੀ ਸੰਗਤ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਬੜਾ ਆਨੰਦ ਪ੍ਰਾਪਤ ਹੋਇਆ, ਬੜੀ ਖੁਸ਼ੀ ਪ੍ਰਾਪਤ ਹੋਈ। ਸਤਿਗੁਰੂ ਜੀ ਨੇ ਇਦਾਂ ਕਿਰਪਾ ਕੀਤੀ ਹੈ। ਉਸ ਸਮੇਂ ਕਹਿੰਦੇ ਇੱਕ ਬਹੁਤ ਅਮੀਰ ਪਠਾਨ ਸਤਿਗੁਰੂ ਦੇ ਸਨਮੁਖ ਇਦਾਂ ਗੁਰੂ ਸਤਿਗੁਰ ਦੀ ਮਹਿਮਾ ਸੁਣ ਕੇ ਉਹ ਵੀ ਆਇਆ। ਉਹ ਹੱਥ ਜੋੜ ਕੇ ਸਤਿਗੁਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ ਬੈਠ ਗਿਆ, ਬੰਦਨਾ ਕਰਨ ਕੇ ਬਹਿ ਗਿਆ। ਸਤਿਗੁਰੂ ਜੀ ਦੀ ਇੱਕ ਖਾਸ ਹੱਥ ਲਿਖਤ ਉਸਨੇ
ਕੱਢ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੀ ਹੈ। ਉਹ ਕਹਿਣ ਲੱਗਾ, ਸਤਿਗੁਰੂ ਜੀ 11,000 ਲਿਖਿਆ ਹੋਇਆ ਜਾਣੋ, ਇੱਕ ਘੋੜੇ ਦਾ ਮੁੱਲ ਪਹਿਚਾਣੋ। ਕਹਿੰਦੇ ਆਪ ਜੀ ਨੂੰ ਬਹੁਤ ਜੰਗ ਲੜਨੇ ਪਏ ਨੇ, ਇਸ ਕਰਕੇ ਅਸੀਂ ਨਹੀਂ ਆਏ ਹਾਂ ਤੇ ਧਨ ਹੁਣ ਕਹਿੰਦੇ ਹੁਣ ਤੱਕ ਨਹੀਂ ਲਿਆ। ਸਤਿਗੁਰੂ ਜੀ ਕਿਰਪਾ ਕਰ ਦਿਓ। ਇਸ ਪ੍ਰਕਾਰ ਮਾਲਕ ਬਹੁਤ ਲੰਮਾ ਸਮਾਂ ਕਹਿੰਦੇ ਬੀਤ ਗਿਆ। ਆਪ ਜੀ ਦੇ ਹੱਥ ਦੀ ਇਹ ਨਿਸ਼ਾਨੀ ਪਈ ਹੈ। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਮੇਂ ਦੀ ਨਿਸ਼ਾਨੀ ਪਈ ਹੈ। ਅਨੰਦਪੁਰ ਸਾਹਿਬ ਵਿੱਚ ਆਪ ਜੀ ਨੇ ਘੋੜੇ ਲਏ ਸਨ। ਉਸ ਸਮੇਂ ਤੋਂ ਕਹਿੰਦੇ ਅੱਜ ਤੁਹਾਨੂੰ ਇਹ ਤੁਹਾਡੀ ਹੱਥ ਲਿਖਤ ਦਿਖਾ ਕੇ ਜਿਹੜੀ ਜੋ ਬਿਆਨ ਕੀਤਾ ਸੀ, ਬਿਆਨਾ ਕੀਤਾ ਸੀ, ਵਿਚਾਰ ਕੀਤੀ ਸੀ। ਸਤਿਗੁਰ ਜੀ ਉਹ ਘੋੜੇ ਤੁਸੀਂ ਮੈਥੋਂ ਲਏ ਸਨ ਤੇ ਤੁਹਾਡੇ ਵੱਲ ਸਾਡੀ ਕੁਝ ਕਮਾਇਆ ਰਹਿੰਦੀ ਹੈ ਤੇ ਤੁਹਾਡੇ ਹੱਥੀਂ ਲਿਖਤ ਸਾਈਨ ਕੀਤੇ ਹੋਏ ਨੇ, ਸਾਰਾ ਕੁਝ ਵਿਚਾਰ ਹੈ। ਆਪ ਜੀ ਕਿਰਪਾ ਕਰੋ। ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਇਦਾਂ ਦੀ ਵਿਚਾਰ ਹੋਈ ਸੀ। ਇਹ ਤੁਹਾਡੀ ਹੱਥ ਲਿਖਤ ਹੈ। ਮੈਂ ਧਨ ਲੈਣ ਦਾ ਉਮੀਦਵਾਰ ਹਾਂ। ਆਪ ਜੀ ਕਿਰਪਾ ਕਰ ਦੋ, ਮੈਨੂੰ ਮੇਰੀ ਮਾਨਤ ਦੇ ਦਿਓ। ਪਹਿਲਾਂ ਮੇਰਾ ਆਉਣਾ ਨਹੀਂ ਹੋਇਆ। ਹੁਣ ਇਹ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਖ ਤੋਂ ਉਚਾਰਨ ਕੀਤਾ, ਠੀਕ ਹੈ, ਤੂੰ ਇਹਨਾਂ ਧਨ ਲੈਣਾ, ਸਾਨੂੰ ਘੋੜਿਆਂ ਦਾ ਮੁੱਲ ਯਾਦ ਹੈ, ਫਿਰ ਵੀ ਤੂੰ ਬਹੁਤ ਆਲਸ ਕੀਤੀ ਹੈ, ਧਨ ਲੈਣ ਵਾਸਤੇ ਇੱਧਰ ਨਹੀਂ ਆਇਆ। ਹੋਰ ਕਾਰਜਾਂ ਦੇ ਵਿੱਚ ਭਰਮਿਆ ਤੁਰਿਆ ਫਿਰਦਾ ਰਿਹਾ। ਸਤਿਗੁਰੂ ਜੀ ਕਹਿੰਦੇ ਹੁਣ ਵੀ ਜੇ ਇੱਕ ਥਾਂ ਤੇ ਤੈਨੂੰ ਧਨ ਲਿਖ ਦਈਏ ਤਾਂ ਜਿੱਥੇ ਵੀ ਜਾਵੇਂਗਾ ਉੱਥੇ ਤੈਨੂੰ ਧਨ ਪ੍ਰਾਪਤ ਹੋਵੇਗਾ। ਜੇ ਹਿਰਦੇ ਵਿੱਚ ਭਾਰੀ ਨਿਸ਼ਚਾ ਧਾਰਨ ਕੀਤਾ ਤਾਂ ਸਾਡੇ ਤੋਂ 30 ਸਾਲ ਬਾਅਦ ਵੀ ਧਨ ਲਵੋਗੇ ਤਾਂ ਵੀ ਤੁਹਾਨੂੰ ਦੇਵਾਂਗੇ। ਫਿਰ ਕਹਿੰਦੇ ਝੰਡੇ ਅਤੇ ਨਗਾਰੇ ਪ੍ਰਗਟ ਹੋਣਗੇ ਤੇ ਪੰਥ ਖਾਲਸਾ ਭਾਰੀ ਬਲਵਾਨ ਹੋ ਜਾਵੇਗਾ। ਅਸੀਂ ਯੁੱਧ ਕਰਕੇ ਧਰਤੀ ਦਾ ਰਾਜ ਪ੍ਰਾਪਤ ਕਰਾਂਗੇ ਤੇ ਵੈਰੀ ਦੇ ਨਾਲ ਸੰਘਰਸ਼ ਕਰਕੇ ਯੁੱਧ ਕਰਕੇ ਉਹਨਾਂ ਨੂੰ ਮਾਰ ਮੁਕਾਵਾਂਗੇ, ਮਿੱਟੀ ਵਿੱਚ ਮਿਲਾ ਦੇਵਾਂਗੇ, ਉਹਨਾਂ ਦੇ ਨਾਲ ਭੇੜ ਕਰਾਂਗੇ। ਤਦ ਸਿੰਘਾਂ ਵਿੱਚ ਜਿਹੜਾ ਸਰਦਾਰ ਹੋਵੇਗਾ ਉਹ ਇਹ ਜਿਹੜਾ ਧਨ ਹੈ ਤੈਨੂੰ ਦੇਵੇਗਾ। ਮਹਾਨ ਧਨੀ ਹੋਵੇਗਾ ਉਹ। ਉਸ ਨੂੰ ਇਹ ਕਹਿੰਦੇ ਲਿਖਤ ਵਿਖਾ ਦਿਓ ਤੇ ਵਿਆਜ ਸਹਿਤ ਉਦੋਂ ਧਨ ਪ੍ਰਾਪਤ ਕਰ ਲਿਓ 30 ਸਾਲਾਂ ਬਾਅਦ ਵੀ। ਹੁਣ ਇਹ ਸੁਣ ਕੇ ਪਠਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਵਿਆਜ ਲੈਣਾ ਸਾਡਾ ਈਮਾਨ ਨਹੀਂ ਹੈ। ਆਪ ਜੀ ਦੀ ਆਗਿਆ ਅਸੀਂ ਮੋੜਦੇ ਨਹੀਂ। ਜਿਹੜਾ ਘੋੜਿਆਂ ਦਾ ਮੁੱਲ ਹੈ ਕਹਿੰਦੇ ਕੇਵਲ ਉਹੀ ਸਾਨੂੰ ਚਾਹੀਦਾ। ਸਤਿਗੁਰੂ ਜੀ ਪ੍ਰਸੰਨ ਹੋ ਗਏ ਤੇ ਫਿਰ ਕਹਿਣ ਲੱਗੇ, ਕਹਿੰਦੇ ਸਾਬਾਸ਼, ਬਹੁਤ ਵਧੀਆ ਨੇਚਾ ਤੁਹਾਡਾ, ਤੇਰਾ ਈਮਾਨ ਮਹਾਨ ਹੈ। ਇਹ ਜਿਹੜਾ ਕਹਿੰਦੇ ਸਾਡਾ ਲਿਖਿਆ ਹੋਇਆ ਕਾਗਜ਼ ਹੈ ਨਾ, ਇਸ ਨੂੰ ਸਭ ਸਿੰਘ ਸਰਦਾਰ ਮੰਨਣਗੇ, ਪ੍ਰਵਾਨਣਗੇ। ਦੂਣਾ ਚੌਣਾ ਕਹਿੰਦੇ 10 ਗੁਣਾ ਧਨ ਤੋਂ ਉਹ ਸਮੇਂ ਪ੍ਰਾਪਤ ਕਰੇਗਾ। ਆਪਣੇ ਮਨ ਵਿੱਚ ਸਥਿਰ ਰੱਖ, ਤੇਰੀ ਸੰਤਾਨ ਦਾ ਵੱਡਾ ਗੁਜ਼ਾਰਾ ਚੱਲੇਗਾ। ਤੇ ਸਤਿਗੁਰੂ ਜੀ ਕਹਿੰਦੇ ਸੰਸਾ ਸਾਹਿਤ ਰਹਿਤ ਹੋ ਕੇ ਭਾਰੀ ਸੁਖ ਪ੍ਰਾਪਤ ਕਰੋਗੇ ਤੁਸੀਂ। ਤੁਹਾਡੇ ਤੇ ਸਤਿਗੁਰੂ ਗੁਰੂ ਨਾਨਕ ਦੀ ਦਰਕਾਰ ਦੀ ਕਿਰਪਾ ਰਹਿਮਤ ਵਰਤੇਗੀ। ਹੁਣ ਇਹ ਸੁਣ ਕੇ ਪਠਾਨ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਉਹਨੇ ਟੇਕਿਆ, ਹੱਥ ਜੋੜ ਕੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਰੁਖਸਤ ਹੋ ਗਿਆ, ਚਲਾ ਗਿਆ। ਜਦ ਭਾਰੀ ਖਾਲਸਾ ਪ੍ਰਗਟ ਹੋਇਆ, ਕਹਿੰਦੇ ਵੈਰੀ ਨੂੰ ਮਾਰ ਕੇ ਖਾਲਸੇ ਨੇ ਰਾਜ ਪ੍ਰਾਪਤ ਕਰ ਲੈਣਾ।
ਤਦ ਕਹਿੰਦੇ ਉਹ ਪਠਾਨ ਸਰਦਾਰਾਂ ਦੇ ਪਾਸ ਗਿਆ ਤੇ ਕਹਿੰਦੇ ਬਹੁਤ ਧਨ ਨਾ ਸੁਖ ਦੇ ਨਾਲ ਪ੍ਰਾਪਤ ਹੋ ਗਿਆ। ਉਸ ਦੀ ਸੰਤਾਨ ਵਿਸ਼ਾਲ ਧਨਵਾਨ ਹੋ ਗਈ। ਸਾਰੇ ਸਿੰਘਾਂ ਨੇ ਉਸ ਨੂੰ ਕਹਿੰਦੇ ਬਹੁਤ ਆਦਰ ਦਿੱਤਾ, ਬੜਾ ਆਦਰ ਮਾਣ ਸਤਿਕਾਰ ਦਿੱਤਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਦਿਨ ਬਤੀਤ ਕੀਤੇ। ਕਹਿੰਦੇ ਫਿਰ ਬੈਕੁੰਠ ਜਾਣ ਦਾ ਸਮਾਂ ਨੇੜੇ ਆ ਗਿਆ। ਇੱਕ ਉਸਾਰੀ ਸਾਧੂਆਂ ਦੀ ਜਮਾਤ ਆਈ। ਉਹ ਦਰਸ਼ਨ ਕਰਕੇ ਬੰਦਨਾ ਕਰਕੇ ਪਾਸ ਹੀ ਰਹਿੰਦੇ ਸਨ ਸਤਿਗੁਰੂ ਜੀ ਦੇ। ਕਹਿੰਦੇ ਉਹ ਹਮੇਸ਼ਾ ਕੜਾਹ ਪ੍ਰਸ਼ਾਦੀ ਰਸਦ ਲੈਂਦੇ ਸਨ ਤੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਯਾਦ ਕਰਦੇ ਸਨ। ਲੰਗਰ ਤਿਆਰ ਹੋ ਕੇ ਜੇ ਸਮੇਂ ਵਰਤਦਾ ਸੀ, ਕਹਿੰਦੇ ਉਸ ਸਮੇਂ ਬਹੁਤ ਰੌਲਾ ਪੈਂਦਾ ਸੀ। ਤੇ ਫਿਰ ਕਹਿੰਦੇ ਇੱਕ ਦਿਨ ਬਹਾਦਰ ਸ਼ਾਹ ਨੇ ਸੁਣਿਆ ਤਾਂ ਆਪਣੇ ਉਮਰਾਵਾਂ ਵਿੱਚ ਕਿਹਾ, ਕਹਿੰਦੇ ਕੈਸਾ ਬੜਾ ਉੱਚੀ ਰੌਲਾ ਸੁਣਾਈ ਦੇ ਰਿਹਾ, ਲੱਗਦਾ ਹੈ ਕਹਿੰਦੇ ਗੁਰੂ ਜੀ ਦੇ ਡੇਰੇ ਵਾਲੇ ਪਾਸੇ ਤੋਂ ਆ। ਖਬਰ ਲੈਣ ਵਾਸਤੇ ਉਸ ਸਮੇਂ ਕਹਿੰਦੇ ਤੁਰੰਤ ਇੱਕ ਮਨੁੱਖ ਨੂੰ ਭੇਜਿਆ। ਉਹ ਕਹਿੰਦੇ ਰੌਲੇ ਦੇ ਕਾਰਨ ਵਾਲੇ ਸੁਣ ਕੇ ਵਾਪਸ ਆ ਗਿਆ। ਫਿਰ ਉਸ ਨੇ ਆ ਕੇ ਸਾਰੀ ਵਾਰਤਾ ਬਹਾਦਰ ਸ਼ਾਹ ਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਬੇਨਤੀ ਕਰ ਦਿੱਤੀ, ਬਿਆਨ ਕਰ ਦਿੱਤੀ ਹੈ। ਕਹਿਣ ਲੱਗਾ, ਜੀ ਗੁਰੂ ਜੀ ਦਾ ਭਾਰੀ ਲੰਗਰ ਵਰਤ ਰਿਹਾ ਹੈ। ਸਤਿਗੁਰ ਦੀ ਕਿਰਪਾ ਰਹਿਮਤ ਹੋ ਰਹੀ, ਬਹੁਤ ਖਾਲਸਾ ਲੰਗਰ ਲੈ ਰਿਹਾ। ਆਪਸ ਦੇ ਵਿੱਚ ਉੱਚੀ ਉੱਚੀ ਬੋਲਦੇ ਨੇ, ਪੁਕਾਰ ਕਰਦੇ ਨੇ। ਕੋਈ ਭੋਜਨ ਮੰਗਦਾ, ਕੋਈ ਠਹਿਰਾਉਂਦਾ, ਕੋਈ ਵਰਤਾਈ ਜਾ ਰਿਹਾ, ਕੋਈ ਕਿਸੇ ਨੂੰ ਵਰਜੀ ਜਾ ਰਿਹਾ, ਰੋਕੀ ਜਾ ਰਿਹਾ, ਕੋਈ ਗੁੱਸੇ ਵਿੱਚ ਆ ਕੇ ਜਾਂਦਾ। ਇਹ ਬਿਰਤਾਂਤ ਸੁਣ ਕੇ ਬਾਦਸ਼ਾਹ ਨੇ ਵਿਚਾਰ ਕੀਤੀ ਹੈ। ਕਹਿੰਦੇ ਸਾਰਾ ਪੰਥ ਵੱਡੀ ਭੁੱਖ ਸਹਿਤ ਰਹਿੰਦਾ ਹੈ। ਇਸ ਦੇਸ਼ ਵਿੱਚ ਬਹੁਤ ਥੋੜੀ ਆਮਦਨ ਹੈ, ਪਰ ਕਹਿੰਦੇ ਭੋਜਨ ਖਾਣ ਵਾਲੇ ਬਹੁਤ ਮਨੁੱਖ ਨੇ। ਬਹਾਦਰ ਸ਼ਾਹ ਨੇ ਰੋਜ਼ ਦੇ ਲੰਗਰ ਵਾਸਤੇ ਕੁਝ ਧਨ ਵਿਚਾਰ ਕੀਤੀ, ਉਹਦਾ ਪ੍ਰਬੰਧ ਕਰ ਦਿੱਤਾ। ਇਹ ਵੀ ਸੁਣਾ ਦਿੱਤਾ ਕਿ ਧਨ ਲੰਗਰ ਵਾਸਤੇ ਦਿੱਤਾ ਹੈ। ਸਤਿਗੁਰੂ ਜੀ ਨੇ ਖਰੀਦ ਕੇ ਬਹੁਤ ਰਸਤ ਮੰਗਵਾਈ ਤੇ ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਲੰਗਰ ਵਰਤਾਉਣ ਸਮੇਂ ਫਿਰ ਕਹਿੰਦੇ ਬਹੁਤ ਰੌਲਾ ਮਚ ਗਿਆ ਤੇ ਰੌਲਾ ਬਹੁਤ ਦੂਰ ਦੂਰ ਤੱਕ ਸੁਣਾਈ ਦਿੰਦਾ ਸੀ। ਨੇਤਾ ਪ੍ਰਤੀ ਬਹੁਤ ਧਨ ਹੁੰਦਾ ਸੀ ਤੇ ਉਸ ਤੋਂ ਵੀ ਵੱਧ ਜਿਹੜਾ ਉੱਚੀ ਰੌਲਾ ਮਚਦਾ, ਇਦਾਂ ਦੀ ਵਿਚਾਰ ਪ੍ਰਾਪਤ ਹੁੰਦੀ। ਹੁਣ 8 ਕੁ ਦਿਨਾਂ ਬਾਅਦ ਕਹਿੰਦੇ ਫਿਰ ਬਾਦਸ਼ਾਹ ਨੇ ਸੁਣਿਆ, ਇਹ ਜਾਣਿਆ ਕਿ ਗੁਰੂ ਜੀ ਦਾ ਖਰਚਾ ਬਹੁਤ ਵੱਧ ਗਿਆ। ਉਸਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਧਨ ਭੇਜਿਆ। ਜਿੰਨਾ ਵੀ ਮਨ ਭਾਉਂਦਾ ਏ ਕਹਿੰਦੇ ਲੰਗਰ ਤਿਆਰ ਕਰੋ, ਜੋ ਵੀ ਵਿਚਾਰ ਚਾਹੀਦੀ ਰਸਤ ਵਸਤ ਪ੍ਰਾਪਤ ਕਰੋ। ਬਹਾਦਰ ਸ਼ਾਹ ਨੇ ਜਿਵੇਂ ਜਿਵੇਂ ਜ਼ਿਆਦਾ ਧਨ ਭੇਜਣਾ ਸ਼ੁਰੂ ਕੀਤਾ, ਤਿਵੇਂ ਤਿਵੇਂ ਲੰਗਰ ਵਿੱਚ ਰੌਲਾ ਹੋਰ ਵੱਧਦਾ ਜਾਂਦਾ ਸੀ। ਬਾਦਸ਼ਾਹ ਪਾਸ ਕਿਸੇ ਕਾਰਨ ਦਇਆ ਸਿੰਘ ਪਹੁੰਚ ਗਿਆ। ਇਹ ਪ੍ਰਸੰਗ ਉਸਨੇ ਕਹਿ ਕੇ ਸੁਣਾਇਆ, ਭੁੱਖੇ ਰਹਿੰਦੇ ਸਮਝ ਕੇ ਅਸੀਂ ਕਹਿੰਦੇ ਧਨ ਭੇਜਦੇ ਆਂ, ਪਰ ਕਹਿੰਦੇ ਜਿਵੇਂ ਜਿਵੇਂ ਧਨ ਅਸੀਂ ਵਧਾਈ ਜਾਂਦੇ, ਵਧਾ ਕੇ ਭੇਜਦੇ ਆਂ, ਤਿਵੇਂ ਤਿਵੇਂ ਰੌਲਾ ਵੱਧਦਾ ਜਾਂਦਾ, ਉੱਚੀ ਸੁਣਦੇ ਆਂ। ਇਹ ਕੀ ਕਾਰਨ ਹੈ? ਇਹ ਸਾਨੂੰ ਦੱਸ ਦੇਣਾ ਕਰੋ। ਤੇ ਭਾਈ ਦਇਆ ਸਿੰਘ ਨੇ ਫਿਰ ਕਹਿੰਦੇ ਕਹਿ ਕੇ ਸੁਣਾਇਆ, ਕਹਿੰਦੇ ਪੰਥ ਖਾਲਸੇ ਵਿੱਚ ਵੱਡਾ ਰੌਲਾ ਪੈਣ ਦਾ ਬਚਨ ਸਤਿਗੁਰੂ ਜੀ ਨੇ ਆਪ ਕੀਤਾ। ਕਹਿੰਦੇ ਉਹ ਹੁਣ ਕਿਸੇ ਪ੍ਰਕਾਰ ਵੀ ਹਟਦਾ ਨਹੀਂ, ਟਲਦਾ ਨਹੀਂ ਹੈ। ਜਦ ਵੀ ਕੁਝ ਵਰਤਾਇਆ ਜਾਂਦਾ ਤਾਂ ਬਹੁਤ ਰੌਲਾ ਪੈਂਦਾ, ਬੜੇ ਇਹਨਾਂ ਦੇ ਵਿਚਾਰ ਪ੍ਰਾਪਤ ਹੁੰਦੇ ਨੇ। ਬਹਾਦਰ ਸ਼ਾਹ ਨੇ ਇਹ ਸੁਣ ਕੇ ਬਹੁਤ ਹੈਰਾਨ ਹੋ ਕੇ ਵਿਚਾਰ ਕੀਤਾ। ਕਹਿੰਦੇ ਜਾਣਿਆ ਕਿ ਗੁਰੂ ਜੀ ਪਾਸ ਸੈਨਾ ਦਾ ਬਹੁਤ ਵੱਡਾ
ਇਦਾਂ ਦਾ ਵਿਚਾਰ ਹੈ, ਬਹੁਤ ਵੱਡਾ ਸੈਨਾ ਦਾ ਪ੍ਰਾਪਤੀ ਹੈ, ਵੱਡਾ ਗਾੜ ਹੈ ਸਤਿਗੁਰ ਦੇ ਕੋਲ। ਫਿਰ ਵੀ ਕਹਿੰਦੇ ਬਹਾਦਰ ਸ਼ਾਹ ਬਹੁਤ ਧਨ ਪਹੁੰਚਾਉਂਦਾ ਰਿਹਾ, ਵੱਡੇ ਤੋਂ ਵੱਡਾ ਲੰਗਰ ਵਰਤਦਾ ਰਿਹਾ, ਲੰਗਰ ਲੱਗਦਾ ਰਿਹਾ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਗਈ। ਤਾਂ ਉੱਥੇ ਇਦਾਂ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤਦੀ ਗਈ। ਤੇ ਜਿਵੇਂ ਜਿਵੇਂ ਸਤਿਗੁਰ ਜੀ ਕਾਰਜ ਕਰਦੇ ਨੇ, ਤਿਵੇਂ ਤਿਵੇਂ ਉੱਥੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਵਰਤਦੀ। ਸਤਿਗੁਰ ਜੀ ਅਨੋਖੇ ਕੌਤਕ ਰਚਦੇ ਨੇ। ਤੇ ਕਈ ਦਫਾ ਗੁਰੂ ਸਤਿਗੁਰ ਜੀ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਣ ਵੀ ਜਾਂਦੇ ਨੇ। ਤੇ ਜਿਹੜੇ ਪਸ਼ੂ ਪੰਛੀਆਂ ਦਾ ਸਤਿਗੁਰ ਜੀ ਸ਼ਿਕਾਰ ਕਰਦੇ ਆ, ਉਹਨਾਂ ਪਸ਼ੂ ਪੰਛੀਆਂ ਨੂੰ ਮਾਰ ਕੇ ਉਹਨਾਂ ਦੀ ਜੂਨ ਕੱਟ ਦਿੰਦੇ ਨੇ, ਉਹਨਾਂ ਨੂੰ ਜੂਨਾਂ ਤੋਂ ਰਹਿਤ ਕਰ ਦਿੰਦੇ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ। ਉਹਨਾਂ ਨੂੰ ਦੁਆਰਾ ਜੂਨਾਂ ਭੁਗਤਣੀਆਂ ਨਹੀਂ ਪੈਂਦੀਆਂ, ਉਹ ਸੱਚਖੰਡ ਦੇ ਵਿੱਚ ਜਾ ਵਿਰਾਜਮਾਨ ਹੋ ਜਾਂਦੇ। ਇਦਾਂ ਸਤਿਗੁਰ ਦੀ ਮਹਿਮਾ। ਕਿਤੇ ਸਤਿਗੁਰ ਜੀ ਹਿਰਨ ਮਾਰਦੇ ਆ, ਕਿਤੇ ਰੋਜ਼ ਮਾਰਦੇ ਆ, ਕਿਤੇ ਪਸ਼ੂ ਪੰਛੀ ਮਾਰਦੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਤੇ ਜਿਵੇਂ ਜਿਵੇਂ ਜਿਹੜਾ ਪਸ਼ੂ ਪੰਛੀ ਸਤਿਗੁਰ ਦੇ ਤੀਰ ਦੇ ਨਾਲ ਮਰਦਾ, ਉਹਦੇ ਜੂਨ ਰਹਿਤ ਹੋ ਜਾਂਦਾ, ਸਤਿਗੁਰ ਦੀ ਕਿਰਪਾ ਰਹਿਮਤ ਹੋ ਜਾਂਦੀ। ਤੇ ਕਈ ਦਫਾ ਸਤਿਗੁਰ ਜੀ ਕਈਆਂ ਪਸ਼ੂ ਪੰਛੀਆਂ ਦੇ ਉੱਤੇ ਸਤਿਗੁਰ ਜੀ ਦਇਆ ਕਰਕੇ ਉਹਨਾਂ ਦੀ ਜੂਨ ਨੂੰ ਕੱਟਣ ਵਾਸਤੇ ਇਹ ਪੂਰਨ ਤੌਰ ਤੇ ਜੰਗ ਯੁੱਧ ਦਾ ਅਭਿਆਸ ਕਰਨ ਵਾਸਤੇ ਵੀ ਸ਼ਿਕਾਰ ਖੇਡਦੇ ਨੇ। ਉਦਾਂ ਇਸ ਵਕਤ ਸਤਿਗੁਰ ਦੀ ਇਦਾਂ ਕਿਰਪਾ ਰਹਿਮਤ ਵਰਤੀ ਹੈ। ਤੇ ਹੁਣ ਸਤਿਗੁਰ ਜੀ ਅੱਗੇ ਕੀ ਕੀ ਵਿਚਾਰ ਕਰਨਗੇ, ਕਿਵੇਂ ਕਿਵੇਂ ਕਰਕੇ ਹੋਰ ਪਸ਼ੂ ਪੰਛੀਆਂ ਦਾ ਸ਼ਿਕਾਰ ਕਰਨਗੇ, ਉਹ ਰਹਿੰਦੀ ਵਿਚਾਰ ਆਪਾਂ ਅੱਗੇ ਸਰਵਣ ਕਰਾਂਗੇ। ਇੱਥੇ ਹੀ ਸਤਿਗੁਰੂ ਜੀ ਨੇ ਮੂਲਾ ਖੱਤਰੀ ਦਾ ਸ਼ਿਕਾਰ ਸ਼ਾਹੀ ਦੇ ਰੂਪ ਦੇ ਵਿੱਚ ਕਰਨਾ, ਉਹ ਕਿਵੇਂ ਵਿਚਾਰ ਹੁੰਦੀ, ਕੀ ਗੱਲਬਾਤ ਬਣਦੀ ਹੈ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ, ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦੇ ਆਂ, ਕਥਾ ਕਰਦੇ ਆਂ। ਅਨੇਕ ਪ੍ਰਕਾਰ ਦੀਆਂ ਤਮਾਮ ਗਲਤੀਆਂ, ਅੱਖਰ ਵਾਧਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨ, ਅੱਗੇ ਤੋਂ ਸਮੱਤ ਪ੍ਰਦਾਨ ਕਰਨ, ਬਾਣੀ ਪੜਨ ਸੁਣਨ ਦੀ, ਸੇਵਾ ਸਿਮਰਨ ਕਰਨ ਦੀ ਸਤਿਗੁਰੂ ਜੀ ਬਲ ਬੁੱਧੀ ਸਮਰੱਥਾ ਪ੍ਰਦਾਨ ਕਰਨ। ਆਪ ਸੰਗਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ, ਆਪ ਸੰਗਤ ਨੂੰ ਸਤਿਗੁਰੂ ਜੀ ਦਰ ਕਰ ਦੇ ਨਾਲ ਜੋੜਨ। ਐਸੀ ਕਿਰਪਾ ਰਹਿਮਤ ਸਤਿਗੁਰੂ ਜੀ ਸਭ ਤੇ ਵਰਤਾਉਣ। ਤਾਤੇ ਆਓ ਪਿਆਰੀ ਸੰਗਤ ਜੀਓ, ਗੁਰੂ ਚਰਨਾਂ ਦੇ ਵਿੱਚ ਸਤਿਗੁਰ ਦੇ ਸਨਮੁਖ 6 ਪੌੜੀਆਂ ਸ਼੍ਰੀ ਆਨੰਦ ਸਾਹਿਬ ਦੇ ਜਾਪ ਕਰਦੇ ਆਂ। ਉਪਰੰਤ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰ ਜੀ ਕਿਰਪਾ ਕਰਦੇ ਨੇ।